Philfo Creativity for your ideas with Google Workspace 7. ਕਦੇ ਸੋਚਿਆ ਹੈ ਕਿ ਜੇ ਇਸ ਪੂਰੇ ਬ੍ਰਹਿਮੰਡ ਵਿੱਚ ਇੱਕ ਅਜਿਹਾ ਕੋਡ ਛੁਪਿਆ ਹੋਵੇ ਜਿਹੜਾ ਹਰ ਇੱਕ ਚੀਜ਼ ਨੂੰ, ਬਿਲਕੁਲ ਹਰ ਇੱਕ ਚੀਜ਼ ਨੂੰ ਆਪਸ ਵਿੱਚ ਜੋੜਦਾ ਹੋਵੇ? ਸੋਚ ਕੇ ਦੇਖੋ, ਸਾਡਾ ਸੰਗੀਤ, ਸਾਡੀ ਬੋਲੀ, ਇੱਥੋਂ ਤੱਕ ਕਿ ਊਰਜਾ ਦੇ ਵੱਖ-ਵੱਖ ਰੂਪ ਵੀ ਸਭ ਇੱਕੋ ਧਾਗੇ ਵਿੱਚ ਪਰੋਏ ਹੋਏ ਹੋਣ। ਖੈਰ, ਅੱਜ ਅਸੀਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਸਿੱਖ ਧਰਮ ਗ੍ਰੰਥਾਂ ਤੋਂ ਨਿਕਲਿਆ ਹੈ। ਇਹ ਇੱਕ ਅਜਿਹਾ ਢਾਂਚਾ ਹੈ ਜੋ ਦਾਅਵਾ ਕਰਦਾ ਹੈ ਕਿ ਆਵਾਜ਼, ਭਾਸ਼ਾ ਅਤੇ ਪੂਰੇ ਬ੍ਰਹਿਮੰਡ ਵਿਚਕਾਰ ਇੱਕ ਸਰਵਵਿਆਪਕ ਸਬੰਧ ਮੌਜੂਦ ਹੈ। ਤਾਂ ਚਲੋ ਦੇਖਦੇ ਹਾਂ ਕਿ ਅੱਜ ਅਸੀਂ ਕੀ ਸਮਝਣ ਵਾਲੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਕ ਯੂਨੀਵਰਸਲ ਸੋਨਿਕ ਕੋਡ ਦੀ, ਫਿਰ ਦੇਖਾਂਗੇ ਕਿ ਗੁਰੂ ਸਾਹਿਬਾਨ ਨੇ ਕਿਹੜੀ ਪਵਿੱਤਰ ਪ੍ਰਣਾਲੀ ਬਣਾਈ ਸੀ। ਇਸ ਤੋਂ ਬਾਅਦ ਪ੍ਰਕਾਸ਼, ਧੁਨੀ ਤੇ ਕੰਪਨ ਦੀ ਗੱਲ ਹੋਵੇਗੀ। ਫਿਰ ਇੱਕ ਬੜੀ ਦਿਲਚਸਪ ਸਮੀਕਰਨ ਵੇਖਾਂਗੇ ਜੋ ਹਰ ਚੀਜ਼ ਨੂੰ ਜੋੜਦੀ ਹੈ। ਤੇ ਅਖੀਰ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਪੁਰਾਣੇ ਗਿਆਨ ਦਾ ਅੱਜ ਦੇ ਜ਼ਮਾਨੇ ਵਿੱਚ ਕੀ ਮਤਲਬ ਹੈ। ਚਲੋ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਯੂਨੀਵਰਸਲ ਸੋਨਿਕ ਕੋਡ ਦੀ। ਇਹ ਆਈਡੀਆ ਆਪਣੇ ਆਪ ਵਿੱਚ ਬਹੁਤ ਵੱਡਾ ਹੈ। ਮਤਲਬ ਇਹ ਕਿ ਦੁਨੀਆ ਵਿੱਚ ਭਾਵੇਂ ਕਿੰਨੇ ਹੀ ਵੱਖ-ਵੱਖ ਸੱਭਿਆਚਾਰ ਹੋਣ, ਕਿੰਨੀਆਂ ਹੀ ਵੱਖ-ਵੱਖ ਭਾਸ਼ਾਵਾਂ ਹੋਣ, ਪਰ ਕਿਤੇ ਨਾ ਕਿਤੇ ਉਹਨਾਂ ਸਭ ਦੇ ਪਿੱਛੇ ਇੱਕ ਬੁਨਿਆਦੀ ਸਿਧਾਂਤ, ਇੱਕ ਕਾਮਨ ਥ੍ਰੈਡ ਕੰਮ ਕਰ ਰਿਹਾ ਹੈ। ਤਾਂ ਸਵਾਲ ਇਹ ਬਣਦਾ ਹੈ ਕਿ ਕੀ ਇਹ ਸੱਚਮੁੱਚ ਹੋ ਸਕਦਾ ਹੈ? ਮਤਲਬ ਜਿੱਥੇ ਇੱਕ ਪਾਸੇ ਪੂਰਬ ਦਾ ਸ਼ਾਸਤਰੀ ਸੰਗੀਤ ਹੈ ਜਿਸ ਦੇ ਰਾਗ ਤੇ ਤਾਲ ਬਹੁਤ ਗੁੰਝਲਦਾਰ ਹਨ, ਤੇ ਦੂਜੇ ਪਾਸੇ ਪੱਛਮ ਦੀ ਕਵਿਤਾ ਹੈ ਜਿਸ ਵਿੱਚ ਸ਼ਬਦਾਂ ਦੀ ਤਾਕਤ ਹੈ, ਕਿ ਇਹਨਾਂ ਦੋਹਾਂ ਨੂੰ ਕੋਈ ਇੱਕ ਲੁਕਿਆ ਹੋਇਆ ਕੋਡ ਜੋੜ ਸਕਦਾ ਹੈ? ਜਿਹੜੇ ਸਰੋਤਾਂ ਤੇ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਮੁਤਾਬਿਕ ਇਸ ਦਾ ਜਵਾਬ ਹੈ ਹਾਂ, ਬਿਲਕੁਲ। ਆਓ ਇਸ ਨੂੰ ਥੋੜਾ ਹੋਰ ਸਮਝਦੇ ਹਾਂ। ਜਿਵੇਂ ਪੂਰਬ ਦਾ ਸੰਗੀਤ ਦੇਖ ਲਓ, ਸਭ ਕੁਝ ਰਾਗ, ਤਾਲ ਤੇ ਸੁਰ ਦੇ ਇੱਕ ਬਹੁਤ ਹੀ ਸਖਤ ਢਾਂਚੇ ਵਿੱਚ ਬੱਝਿਆ ਹੋਇਆ ਹੈ, ਠੀਕ? ਹੁਣ ਪੱਛਮ ਵੱਲ ਦੇਖੀਏ ਤਾਂ ਉੱਥੇ ਜ਼ਿਆਦਾ ਜ਼ੋਰ ਵਾਰਤਕ ਯਾਨੀ ਪ੍ਰੋਜ਼ ਤੇ ਕਵਿਤਾ ਯਾਨੀ ਪੋਇਟਰੀ ਤੇ ਹੈ। ਦੇਖਣ ਨੂੰ ਤਾਂ ਇਹ ਦੋਵੇਂ ਬਿਲਕੁਲ ਵੱਖਰੀਆਂ ਦੁਨੀਆਵਾਂ ਲੱਗਦੀਆਂ ਨੇ, ਪਰ ਕੀ ਇਹ ਅਸਲ ਵਿੱਚ ਇੰਨੀਆਂ ਵੱਖਰੀਆਂ ਨੇ? ਤੇ ਇੱਥੇ ਹੀ ਐਂਟਰੀ ਹੁੰਦੀ ਹੈ ਇੱਕ ਬਹੁਤ ਹੀ ਦਿਲਚਸਪ ਕਨਸੈਪਟ ਦੀ, ਸਾਈਮੈਟਿਕਸ। ਜੇ ਬਿਲਕੁਲ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਸਾਈਮੈਟਿਕਸ ਦਾ ਮਤਲਬ ਹੈ ਆਵਾਜ਼ ਨੂੰ ਦੇਖਣਾ। ਹਾਂ, ਬਿਲਕੁਲ, ਇਹ ਸਟੱਡੀ ਹੈ ਕਿ ਆਵਾਜ਼ ਕਿਵੇਂ ਦਿਖਣ ਵਾਲੇ ਪੈਟਰਨ ਬਣਾਉਂਦੀ ਹੈ। ਯਾਨੀ ਕਿ ਹਰ ਆਵਾਜ਼, ਹਰ ਸ਼ਬਦ ਦਾ ਆਪਣਾ ਇੱਕ ਵਿਜ਼ੂਅਲ ਫਿੰਗਰਪ੍ਰਿੰਟ ਹੁੰਦਾ ਹੈ, ਤੇ ਇਹੀ ਉਹ ਪੁਲ ਹੈ, ਉਹ ਬ੍ਰਿਜ ਹੈ ਜੋ ਸੰਗੀਤ ਤੇ ਭਾਸ਼ਾ ਦੇ ਫਰਕ ਨੂੰ ਮਿਟਾ ਦਿੰਦਾ ਹੈ। ਤਾਂ ਹੁਣ ਇਹ ਸਵਾਲ ਆਉਂਦਾ ਹੈ ਕਿ ਇਹ ਯੂਨੀਵਰਸਲ ਕੋਡ ਦਾ ਆਈਡੀਆ ਆਇਆ ਕਿੱਥੋਂ? ਦੇਖੋ, ਇਹ ਕੋਈ ਅੱਜ ਦਾ ਨਵਾਂ ਨਕੋੜ ਸਿਧਾਂਤ ਨਹੀਂ ਹੈ। ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ, ਸਿੱਧਾ ਸਿੱਖ ਗੁਰੂ ਸਾਹਿਬਾਨ ਦੇ ਕਾਰਜਾਂ ਵਿੱਚ, ਜਿਨ੍ਹਾਂ ਨੇ ਇਨ੍ਹਾਂ ਹੀ ਸਿਧਾਂਤਾਂ ਤੇ ਇੱਕ ਪੂਰੀ ਪਵਿੱਤਰ ਪ੍ਰਣਾਲੀ ਬਣਾਈ ਸੀ। ਇਸ ਪਵਿੱਤਰ ਸਿਸਟਮ ਦਾ ਵਿਕਾਸ ਨਾ ਇੱਕ ਪੂਰੀ ਕਹਾਣੀ ਵਾਂਗ ਹੈ। ਦੇਖੋ, ਇਸ ਦੀ ਨੀਂਹ ਰੱਖੀ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਉਹਨਾਂ ਨੇ ਸ਼ੁਰੂ ਕੀਤੀ ਧੁਨਿਆਤਮਕ ਯਾਨੀ ਫੋਨੈਟਿਕ ਸਟਰੀਮ, ਜਿਸ ਨੂੰ ਅਕਸ਼ਰਾ ਕਿਹਾ ਗਿਆ, ਮਤਲਬ ਸ਼ਬਦਾਂ ਦੀਆਂ ਬੇਸਿਕ ਆਵਾਜ਼ਾਂ ਤੇ ਧਿਆਨ। ਫਿਰ ਆਏ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਉਹਨਾਂ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਨਾਲ ਇਸ ਸਿਸਟਮ ਨੂੰ ਅੱਗੇ ਵਧਾਇਆ ਤੇ ਸ਼ੁਰੂ ਕੀਤੀ ਟਵਿਨਿਮਿਕ ਯਾਨੀ ਫੋਨੇਮਿਕ ਸਟਰੀਮ, ਜਿਸ ਨੂੰ ਅਖਾੜਾ ਕਿਹਾ ਗਿਆ। ਤੇ ਫਿਰ ਉਹਨਾਂ ਨੇ ਹੀ ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੇ ਨਾਲ ਇਸ ਨੂੰ ਸਿਖਰ ਤੇ ਪਹੁੰਚਾਇਆ, ਤੀਜੀ ਸਟਰੀਮ ਐਲੋਫੋਨਿਕ ਯਾਨੀ ਅਛਰਾ ਦੇ ਨਾਲ। ਤੇ ਇਹ ਗੱਲ ਸਾਨੂੰ ਸਿੱਧਾ ਇਸ ਥਿਊਰੀ ਦੇ ਦਿਲ ਵਿੱਚ ਲਿਆਉਂਦੀ ਹੈ, ਪ੍ਰਕਾਸ਼, ਧੁਨੀ ਤੇ ਕੰਪਨ, ਲਾਈਟ,
ਸਾਊਂਡ ਤੇ ਵਾਈਬ੍ਰੇਸ਼ਨ। ਇਹ ਉਹ ਤਿੰਨ ਥੰਬ ਨੇ, ਤਿੰਨ ਪਿਲਰ ਨੇ ਜਿਨ੍ਹਾਂ ਤੇ ਇਹ ਸਾਰਾ ਪਵਿੱਤਰ ਸਿਸਟਮ ਖੜਾ ਹੈ ਤੇ ਇਹੀ ਧਰਮ ਗ੍ਰੰਥਾਂ ਨੂੰ, ਊਰਜਾ ਨੂੰ ਤੇ ਭਾਸ਼ਾ ਨੂੰ ਆਪਸ ਵਿੱਚ ਜੋੜਦੇ ਨੇ। ਇਸ ਟੇਬਲ ਨੂੰ ਦੇਖੋ, ਇਹ ਸਾਰੀ ਗੱਲ ਨੂੰ ਬਹੁਤ ਸਾਫ਼ ਕਰ ਦਿੰਦਾ ਹੈ। ਇੱਕ ਪਾਸੇ ਪਵਿੱਤਰ ਗ੍ਰੰਥ ਨੇ, ਵਿਚਕਾਰ ਭਾਸ਼ਾ ਦੀ ਸਟਰੀਮ ਹੈ ਤੇ ਤੀਜੇ ਪਾਸੇ ਊਰਜਾ ਦਾ ਰੂਪ। ਦੇਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਜੁੜੇ ਨੇ ਅਕਸ਼ਰਾਂ ਯਾਨੀ ਫੋਨੈਟਿਕਸ ਨਾਲ ਤੇ ਇਸ ਦੀ ਊਰਜਾ ਹੈ ਪ੍ਰਕਾਸ਼। ਫਿਰ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਇਹ ਜੁੜੇ ਨੇ ਅਖਾੜਾ ਯਾਨੀ ਫੋਨੀਮਿਕਸ ਨਾਲ ਤੇ ਇਸ ਦੀ ਊਰਜਾ ਹੈ ਧੁਨੀ। ਤੇ ਅਖੀਰ ਵਿੱਚ ਸ਼੍ਰੀ ਸਰਬਲੋ ਗ੍ਰੰਥ ਸਾਹਿਬ ਜੀ ਇਹ ਜੁੜੇ ਨੇ ਅਛਰਾ ਯਾਨੀ ਐਲੋਫੋਨਿਕਸ ਨਾਲ ਤੇ ਇਸ ਦੀ ਊਰਜਾ ਹੈ ਕੰਪਨ ਯਾਨੀ ਵਾਈਬ੍ਰੇਸ਼ਨ। ਵੇਖਿਆ ਕਿੰਨਾ ਸੰਪੂਰਨ ਤੇ ਆਪਸ ਵਿੱਚ ਜੁੜਿਆ ਹੋਇਆ ਸਿਸਟਮ ਹੈ। ਤੇ ਹੁਣ ਇਸ ਤਸਵੀਰ ਨੂੰ ਦੇਖੋ, ਇਹ ਸਾਰੀ ਕਹਾਣੀ ਨੂੰ ਇੱਕ ਹੋਰ ਲੈਵਲ ਤੇ ਲੈ ਜਾਂਦੀ ਹੈ। ਇਹ ਦਿਖਾਉਂਦੀ ਹੈ ਕਿ ਕਿਵੇਂ ਇੱਕ ਗੁਰਮੁਖੀ ਮੀਟ੍ਰਿਕ ਸਿਸਟਮ ਸਿਰਫ ਭਾਸ਼ਾ ਜਾਂ ਊਰਜਾ ਤੱਕ ਹੀ ਸੀਮਤ ਨਹੀਂ, ਬਲਕਿ ਇਹ 5 ਤੱਤਾਂ ਨੂੰ ਧਰਤੀ, ਹਵਾ, ਅੱਗ, ਲੱਕੜ ਤੇ ਆਕਾਸ਼ ਨੂੰ ਵੀ ਇਸੇ ਬ੍ਰਹਮੰਡੀ ਸਿਧਾਂਤ ਨਾਲ ਜੋੜਦਾ ਹੈ। ਗੱਲ ਉਹੀ ਹੈ, ਹਰ ਚੀਜ਼, ਬਿਲਕੁਲ ਹਰ ਚੀਜ਼ ਆਪਸ ਵਿੱਚ ਜੁੜੀ ਹੋਈ ਹੈ। ਇਸ ਸਾਰੇ ਸਿਸਟਮ ਵਿੱਚ ਸ਼੍ਰੀ ਸਰਬਲੋ ਗ੍ਰੰਥ ਸਾਹਿਬ ਜੀ ਦੀ ਅਹਿਮੀਅਤ ਬਹੁਤ ਖਾਸ ਹੈ। ਕਿਹਾ ਜਾਂਦਾ ਹੈ, ਸ਼੍ਰੀ ਸਰਬਲੋ ਗ੍ਰੰਥ ਸਾਹਿਬ ਜੀ ਗਿਆਨ ਦਾ ਇੱਕ ਸੰਪੂਰਨ ਖਜ਼ਾਨਾ ਹੈ। ਤੱਥ ਇਹ ਹੈ ਕਿ ਸ਼੍ਰੀ ਸਰਬਲੋ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਰਚੇ ਗਏ ਹਰ ਗ੍ਰੰਥ ਦਾ ਪ੍ਰਤੀਬਿੰਬ ਇਸ ਵਿੱਚ ਮਿਲਦਾ ਹੈ। ਮਤਲਬ ਇਹ ਹੋਇਆ ਕਿ ਇਹ ਉਹ ਗ੍ਰੰਥ ਹੈ ਜਿਸ ਵਿੱਚ ਪਹਿਲਾ ਦਾ ਸਾਰਾ ਗਿਆਨ ਆ ਕੇ ਸਮਾ ਜਾਂਦਾ ਹੈ। ਇਹ ਇੱਕ ਮਹਾਸਾਗਰ ਵਾਂਗ ਹੈ, ਜਿੱਥੇ ਗਿਆਨ ਦੀਆਂ ਸਾਰੀਆਂ ਨਦੀਆਂ ਆ ਕੇ ਮਿਲ ਜਾਂਦੀਆਂ ਨੇ। ਹੁਣ ਸੋਚੋ ਕਿ ਇਸ ਪੂਰੇ ਵਿਸ਼ਾਲ ਬ੍ਰਹਮੰਡੀ ਸਿਸਟਮ ਨੂੰ ਇੱਕ ਸਿੰਪਲ ਜੀ ਸਮੀਕਰਨ, ਇੱਕ ਇਕੁਏਸ਼ਨ ਵਿੱਚ ਦਿਖਾਇਆ ਜਾ ਸਕਦਾ ਹੈ। ਹਾਂ ਬਿਲਕੁਲ, ਆਓ ਦੇਖਦੇ ਹਾਂ। ਤੇ ਉਹ ਸਮੀਕਰਨ ਹੈ E ਬਰਾਬਰ ਹੈ C ਜਮਾ IV। ਦੇਖਣ ਨੂੰ ਤਾਂ ਬਹੁਤ ਸਿੱਧੀ ਸਾਦੀ ਜੀ ਲੱਗਦੀ ਹੈ ਨਾ, ਪਰ ਇਸ ਦੇ ਪਿੱਛੇ ਪੂਰੇ ਬ੍ਰਹਿਮੰਡ ਦਾ, ਪੂਰੀ ਹੋਂਦ ਦਾ ਇੱਕ ਬਹੁਤ ਡੂੰਘਾ ਸਿਧਾਂਤ ਛੁਪਿਆ ਹੋਇਆ ਹੈ। ਚਲੋ ਇਸ ਨੂੰ ਤੋੜ ਕੇ ਸਮਝਦੇ ਹਾਂ। ਇੱਥੇ E ਦਾ ਮਤਲਬ ਹੈ ਐਗਜ਼ਿਸਟੈਂਸ ਯਾਨੀ ਹੋਂਦ ਦੀ ਸੰਪੂਰਣਤਾ। V ਦਰਸਾਉਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਉਹਨਾਂ ਨਾਲ ਜੁੜੀ ਪ੍ਰਕਾਸ਼ ਊਰਜਾ ਨੂੰ। C ਦਰਸਾਉਂਦਾ ਹੈ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਅਤੇ ਉਹਨਾਂ ਨਾਲ ਜੁੜੀ ਧਵਨੀ ਊਰਜਾ ਨੂੰ। ਤੇ ਅਖੀਰ ਵਿੱਚ I ਦਰਸਾਉਂਦਾ ਹੈ ਸ਼੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਨੂੰ ਅਤੇ ਉਹਨਾਂ ਨਾਲ ਜੁੜੀ ਕੰਪਨ ਊਰਜਾ ਨੂੰ। ਤਾਂ ਦੇਖਿਆ, ਇੱਕ ਛੋਟੀ ਜਿਹੀ ਸਮੀਕਰਨ ਤੇ ਉਸ ਵਿੱਚ ਤਿੰਨੋਂ ਪਵਿੱਤਰ ਗ੍ਰੰਥਾਂ ਤੇ ਤਿੰਨੋਂ ਊਰਜਾਵਾਂ ਦੀ ਏਕਤਾ। ਠੀਕ ਹੈ, ਇਹ ਸਭ ਕੁਝ ਬਹੁਤ ਦਿਲਚਸਪ ਹੈ, ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਇਸ ਪ੍ਰਾਚੀਨ ਗਿਆਨ ਦਾ, ਇਸ ਪੁਰਾਣੀ ਥਿਊਰੀ ਦਾ ਅੱਜ ਦੇ ਜ਼ਮਾਨੇ ਵਿੱਚ ਕੀ ਕੰਮ? ਮਤਲਬ ਇਸ ਨੂੰ ਅਸਲ ਵਿੱਚ ਕਿਵੇਂ ਵਰਤਿਆ ਗਿਆ ਸੀ ਤੇ ਕੀ ਅੱਜ ਵੀ ਇਹ ਸਾਡੇ ਕਿਸੇ ਕੰਮ ਆ ਸਕਦਾ ਹੈ? ਇਸ ਸਵਾਲ ਦਾ ਜਵਾਬ ਸ਼ਾਇਦ ਇਸ ਇੱਕ ਨੰਬਰ ਵਿੱਚ ਛੁਪਿਆ ਹੈ, 100। ਇਹ 100 ਦਾ ਅੰਕੜਾ ਬਹੁਤ ਖਾਸ ਹੈ। ਇਹ ਦਰਸਾਉਂਦਾ ਹੈ 100 ਪਰੰਪਰਾਗਤ ਦਮਦਮੀ ਟਕਸਾਲ ਯੂਨੀਵਰਸਿਟੀਆਂ ਨੂੰ। ਕਿਹਾ ਜਾਂਦਾ ਹੈ ਕਿ 10ਵੇਂ ਪਾਤਸ਼ਾਹ ਨੇ ਇਸ ਗਿਆਨ ਨੂੰ ਸੰਭਾਲਣ ਤੇ ਅੱਗੇ ਵਧਾਉਣ ਲਈ ਇਹਨਾਂ 100 ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਸੀ। ਤੇ ਇਹ ਕੋਈ ਮਾਮੂਲੀ ਯੂਨੀਵਰਸਿਟੀਜ਼ ਨਹੀਂ ਸਨ। ਇਹ ਸਿਰਫ ਧਾਰਮਿਕ ਕੇਂਦਰ ਨਹੀਂ, ਬਲਕਿ ਗਿਆਨ ਦੇ ਵੱਡੇ-ਵੱਡੇ ਸੈਂਟਰ ਸਨ। ਇੱਥੇ ਭਾਸ਼ਾ ਦੀਆਂ ਉਹ ਤਿੰਨੋਂ ਸਟਰੀਮਾਂ ਫੋਨੈਟਿਕ, ਫੋਨੀਮਿਕ, ਐਲੋਫੋਨਿਕ ਪੜ੍ਹਾਈਆਂ ਜਾਂਦੀਆਂ ਸਨ। ਸਿਮੈਟਿਕਸ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇਹੀ ਨਹੀਂ, ਇਹ ਸਾਡੇ ਰੋਜ਼ਾਨਾ ਜ਼ਿੰਦਗੀ ਨਾਲ ਵੀ ਜੁੜੀਆਂ ਸਨ। ਜਨਮ, ਵਿਆਹ, ਮੌਤ, ਹਰ ਤਰ੍ਹਾਂ ਦੀਆਂ ਰਸਮਾਂ ਇੱਥੋਂ ਹੀ ਹੁੰਦੀਆਂ ਸਨ। ਇਹ ਵੰਸ਼ਾਂ ਦੇ ਰਿਕਾਰਡ ਵੀ ਰੱਖਦੀਆਂ ਸਨ। ਤੇ ਅੱਜ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਸਿਧਾਂਤ ਇੰਟੈਲੈਕਚੁਅਲ ਪ੍ਰਾਪਰਟੀ ਤੇ ਹੀਲਿੰਗ ਵਰਗੇ ਮਾਡਰਨ ਖੇਤਰਾਂ ਵਿੱਚ ਵੀ ਕੰਮ ਆ ਸਕਦੇ ਨੇ। ਤਾਂ ਅਖੀਰ ਵਿੱਚ ਸਵਾਲ ਇਹੀ ਹੈ ਤੇ ਇਹ ਸਵਾਲ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਸਦੀਆਂ ਪੁਰਾਣਾ ਇੱਕ ਅਧਿਆਤਮਿਕ ਸਿਸਟਮ ਜੋ ਸੰਗੀਤ, ਭਾਸ਼ਾ ਤੇ ਊਰਜਾ ਨੂੰ ਇੱਕੋ ਧਾਗੇ ਵਿੱਚ ਬੰਨ੍ਹਦਾ ਹੈ, ਕਿ ਉਹ ਸਾਡੇ ਅੱਜ ਦੇ ਇਸ ਗੁੰਝਲਦਾਰ ਤੇ ਵੰਡੇ ਹੋਏ ਸੰਸਾਰ ਲਈ ਕੋਈ ਰਸਤਾ ਦਿਖਾ ਸਕਦਾ ਹੈ? ਕਿ ਇਹ ਸਾਨੂੰ ਇੱਕ ਯੂਨੀਫਾਈਡ ਥਿਊਰੀ ਯਾਨੀ ਏਕਤਾ ਦਾ ਸਿਧਾਂਤ ਦੇ ਸਕਦਾ ਹੈ? ਇਸ ਬਾਰੇ ਸੋਚਣਾ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ।